हाँ जी स्टूडेंट्स, ਆਪਾਂ ਨੈਕਸਟ ਟੌਪਿਕ ਕਰਨ ਲੱਗੇ ਹਾਂ ਫਰੋਮ ਦਾ ਯੂਨਿਟ ਮਕੈਨੀਕਲ ਪ੍ਰੋਪਰਟੀਜ਼ ਆਫ ਫਲੂਇਡਸ। ਯੂਨਿਟ 7 ਆਪਾਂ ਬੋਲ ਸਕਦੇ ਹਾਂ ਬਲਕ ਪ੍ਰੋਪਰਟੀਜ਼ ਆਫ ਮੈਟਰ ਤੇ ਟੌਪਿਕ ਹੈ ਪ੍ਰੈਸ਼ਰ। ਪ੍ਰੈਸ਼ਰ ਕਰਨ ਤੋਂ ਪਹਿਲਾਂ ਇੱਕ ਆਪਾਂ ਨੂੰ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਹੈ, ਥਰਸਟ। The total force exerted by a liquid on any surface in contact with it is called thrust। ਤਾਂ कोई भी फोर्स जो लिक्विड ला रहा है किसी भी सरफेस से उन्होंने आप बोलांगे थ्रस्ट। हुण इसे तो ही आप डेफिनेशन ते आने आ प्रैशर ते। द थर्स्ट और फोर्स exerted by a liquid at rest per unit area of the surface in contact with liquid is called pressure। तो आप कह सकते हैं थ्रस्ट या फोर्स exerted by any liquid ਜਿਹੜਾ ਕਾਹਦੇ ਤੇ ਹੋਵੇ ਰਜੇ at rest ਹੋਵੇ ਕਿਸੇ ਵੀ ਗਿਵਨ ਏਰੀਆ ਤੇ ਜਦੋਂ ਉਹ ਲਿਕੁਇਡ ਫੋਰਸ ਅਪਲਾਈ ਕਰਦਾ ਹੈ ਐਗਜ਼ਰਟ ਕਰਦਾ ਹੈ ਤਾਂ ਉਸ ਨੂੰ ਆਪਾਂ ਕੀ ਬੋਲਦੇ ਆ ਪ੍ਰੈਸ਼ਰ। ਤਾਂ ਪ੍ਰੈਸ਼ਰ ਦਾ ਫਾਰਮੂਲਾ ਹੁੰਦਾ ਫੋਰਸ ਅਪੋਨ ਏਰੀਆ, ਫੋਰਸ ਐਗਜ਼ਰਟਡ ਜਾਂ ਥਰਸਟ ਐਗਜ਼ਰਟਡ ਬਾय ਅ ਲਿਕੁਇਡ ਪਰ ਯੂਨਿਟ ਏਰੀਆ। ਠੀਕ ਹੈ, ਤਾਂ ਕਿਸੇ ਵੀ ਸੋਲਿਡ ਸਰਫੇਸ ਤੇ ਜਦੋਂ ਲਿਕੁਇਡ ਫੋਰਸ ਅਪਲਾਈ ਕਰਦਾ ਹੈ ਜਿਹਦੇ ਵੀ ਉਹ ਇਨ ਕੰਟੈਕਟ ਹੈ ਤਾਂ ਉਸ ਨੂੰ ਬੋਲਦੇ ਹਾਂ ਆਪਾਂ ਪ੍ਰੈਸ਼ਰ। ਇਸ ਤੋਂ ਐਸਆਈ ਯੂਨਿਟ ਇਹਦੀਆਂ ਕਿੰਨੀਆਂ ਬਣੀਆਂ ਨਿਊਟਨ ਪਰ ਮੀਟਰ ਸਕੁਅਰ। 1 ਨਿਊਟਨ ਪਰ ਮੀਟਰ ਸਕੁਅਰ ਨੂੰ ਆਪਾਂ ਹੋਰ ਕਿਵੇਂ ਡਿਨੋਟ ਕਰ ਸਕਦੇ ਹਾਂ ਬਾਏ 1 ਪਾਸਕਲ। ਤਾਂ ਪ੍ਰੈਸ਼ਰ ਦੀ ਐਸਆਈ ਯੂਨਿਟ ਪਾਸਕਲ ਵੀ ਕਹਿ ਸਕਦੇ ਹਾਂ ਆਪਾਂ ਜਾਂ ਨਿਊਟਨ ਪਰ ਮੀਟਰ ਸਕੁਅਰ ਵੀ। ਇਹਦਾ ਡਾਇਮੈਂਸ਼ਨਲ ਫਾਰਮੂਲਾ ਹੋਇਆ ml-1 t-2। ਇਹਨੂੰ ਡਰਾਈਵ ਕਰਕੇ ਦੇਖਣਾ ਰਜੇ ਇੱਥੇ ਫੋਰਸ ਤੇ ਇੱਥੇ ਏਰੀਏ ਦੀ ਡਾਇਮੈਂਸ਼ਨਲ ਫਾਰਮੂਲਾ ਪੁੱਟ ਕਰਕੇ ਇਹ ਡਾਇਮੈਂਸ਼ਨਲ ਫਾਰਮੂਲਾ ਆ ਜਾਏਗਾ ਆਪਣੇ ਕੋਲ। ਹੁਣ ਨੈਕਸਟ ਹੈ ਆਪਣੇ ਕੋਲ ਪਾਸਕਲ ਲਾਅ। ਪਾਸਕਲ ਲਾਅ ਕੀ ਕਹਿੰਦਾ ਹੈ, ਵੈਰੀ ਇੰਪੋਰਟੈਂਟ ਲਾਅ, ਇਹ ਬਹੁਤ ਹੀ ਇੰਪੋਰਟੈਂਟ ਹੈ, ਧਿਆਨ ਨਾਲ ਸਮਝਣਾ। ਇਟ ਸਟੇਟਸ that in an enclosed fluid if an increased pressure is produced in any part of the fluid then this change of pressure is transmitted to all other parts of the fluid। ਹੁਣ ਇਹਦਾ ਕੀ ਮਤਲਬ ਹੈ, ਹੁਣ ਦੇਖੋ ਪਹਿਲਾਂ ਤਾਂ ਆਪਾਂ ਕਰ ਰਹੇ ਹਾਂ ਇਨਕਲੋਜ਼ਡ ਫਲੂਇਡ ਜਿਹੜਾ ਆਪਾਂ ਕਿਸੇ ਵੈਸਲ ਦੇ ਵਿੱਚ ਇਨਕਲੋਜ਼ ਬੰਦ ਕਰਕੇ ਰੱਖਿਆ ਹੋਵੇ। ਠੀਕ ਹੈ, ਹੁਣ ਆਪਾਂ ਕੀ ਕਹਿ ਰਹੇ ਹਾਂ ਇਫ ਐਨ ਇਨਕਰੀਜ਼ਡ ਪ੍ਰੈਸ਼ਰ is produced in any part of the fluid। ਹੁਣ ਮੰਨ ਲਓ ਆਪਾਂ ਇੱਕ ਵੈਸਲ ਲਿੱਤਾ, ਇਹਦੇ ਇੱਥੇ 3 ਓਪਨਿੰਗਸ ਹੈ, ਤਿੰਨਾਂ ਤੇ ਆਪਾਂ ਪਿਸਟਨ ਲਗਾ ਰੱਖਿਆ। ਠੀਕ ਹੈ, ਪਿਸਟਨ ਦੇ ਨਾਲ ਉਹ ਅੰਦਰ ਪਿਸਟਨ ਜਾਂ ਤਾਂ ਇਨਵਰਡ ਮੂਵ ਕਰ ਸਕਦਾ ਜਾਂ ਆਊਟਵਰਡ ਮੂਵ ਕਰ ਸਕਦਾ ਹੈ ਨਾ। ਮੰਨ ਲਓ ਆਪਾਂ ਇੱਥੇ ਫੋਰਸ ਲਾਈ ਤਾਂ ਪ੍ਰੈਸ਼ਰ ਇੱਧਰ ਨੂੰ ਜਾਏਗਾ ਹੈ ਨਾ, ਅੰਦਰ ਨੂੰ ਫੋਰਸ ਲਗਾਈ ਕਿਸੇ ਗਿਵਨ ਏਰੀਏ ਤੇ ਲਗਾ ਰਹੇ ਹਾਂ ਤਾਂ ਇੱਥੇ ਪ੍ਰੈਸ਼ਰ ਇਨਕਰੀਜ਼ ਕੀਤਾ ਆਪਾਂ। ਹੁਣ ਕੀ ਕਹਿ ਰਹੇ ਹੈ ਬਾਏ ਪਾਸਕਲ ਲਾਅ, then this change of pressure is transmitted to all other parts of the fluid। ਤਾਂ ਜਿਹੜਾ ਇੱਥੇ ਪ੍ਰੈਸ਼ਰ ਚੇਂਜ ਕੀਤਾ ਹੈ ਉਸ ਬਾਕੀ ਸਾਰੇ ਪਾਰਟਸ ਦੇ ਵਿੱਚ ਇਕੁਅਲੀ ਟਰਾਂਸਮਿਟ ਹੋਏਗਾ। ਤਾਂ ਇਹਦਾ ਮਤਲਬ ਜੇ ਇਹ ਪਿਸਟਨ ਤੇ ਆਪਾਂ ਪ੍ਰੈਸ਼ਰ ਜਿੰਨਾ ਲਗਾਇਆ, ਜਿੰਨੀ ਫੋਰਸ ਲਗਾਈ ਕਿਸੇ ਗਿਵਨ ਏਰੀਆ ਤੇ ਉਹਨੂੰ ਹੀ ਪ੍ਰੈਸ਼ਰ ਕਹਿੰਦੇ ਆ, ਤਾਂ ਜਿੰਨਾ ਇੱਥੇ ਪ੍ਰੈਸ਼ਰ ਇਨਕਰੀਜ਼ ਹੋਇਆ ਉਹ ਟਰਾਂਸਮਿਟ ਹੁੰਦਾ ਇਹਨਾਂ B ਤੇ C ਪੁਆਇੰਟ ਤੇ ਵੀ ਸੇਮ ਹੀ ਪ੍ਰੈਸ਼ਰ ਲੱਗੇਗਾ। ਤਾਂ ਇਹੀ ਕੀ ਹੈ ਪਾਸਕਲ ਲਾਅ। ਤਾਂ ਜੇ ਇੱਕ ਥਾਂ ਤੇ ਪ੍ਰੈਸ਼ਰ ਇਨਕਰੀਜ਼ ਹੋ ਰਿਹਾ ਹੈ ਉਹ ਸਾਰੇ ਪਾਰਟਸ ਦੇ ਵਿੱਚ ਇਕੁਅਲੀ ਟਰਾਂਸਮਿਟ ਹੋ ਜਾਏਗਾ। ਦਿਸ ਇਜ਼ ਪਾਸਕਲ ਲਾਅ। ਹੁਣ ਇਹਨੂੰ ਹੀ ਐਗਜ਼ਾਮਪਲ ਦੀ ਫਾਰਮ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਆਪਾਂ 3 ਅਲੱਗ-ਅਲੱਗ ਇੱਥੇ ਓਪਨਿੰਗਸ ਲਿੱਤੀਆਂ ਨੇ, ਤਿੰਨਾਂ ਦਾ ਦੇਖੋ ਏਰੀਆ ਕੀ ਲਿੱਤਾ ਆਪਾਂ ਅਲੱਗ-ਅਲੱਗ ਲਿੱਤਾ ਹੈ। ਇਹਦਾ A ਲੈ ਲਿਆ, ਇਹਦਾ ਏਰੀਆ 2A ਹੈ ਤੇ ਇਸ C ਓਪਨਿੰਗ ਦਾ A/2 ਹੈ। ਆਪਾਂ ਇੱਥੇ ਫੋਰਸ ਲਗਾਈ ਤਾਂ ਇੱਥੇ ਪ੍ਰੈਸ਼ਰ ਕਿੰਨਾ ਹੋਇਆ F/A। ਹੁਣ ਆਪਾਂ ਕੀ ਕਹਿ ਰਹੇ ਹਾਂ ਵੀ ਜਿਹੜੇ ਇਹ, ਕਿਉਂਕਿ ਇੱਥੋਂ ਆਪਾਂ ਜਦੋਂ ਫਲੂਇਡ ਅੰਦਰ ਜਾਏਗਾ ਇੱਥੋਂ ਇਹ ਇੱਦਾਂ ਬਾਹਰ ਜਾਣ ਦੀ ਕੋਸ਼ਿਸ਼ ਕਰੇਗਾ ਪਿਸਟਨ, ਤਾਂ ਪਿਸਟਨ B ਐਂਡ C ਵਿਲ ਮੂਵ ਆਊਟਵਰਡ। ਠੀਕ ਹੈ, ਪਰ ਆਪਾਂ ਚਾਹੁੰਦੇ ਹਾਂ ਕਿ ਆਪਾਂ B ਤੇ C ਨੂੰ ਉਸੇ ਸੇਮ ਪੋਜੀਸ਼ਨ ਤੇ ਰੱਖੀਏ। ਤਾਂ ਜੇ ਆਪਾਂ ਸੇਮ ਪੋਜੀਸ਼ਨ ਤੇ ਰੱਖਾਂਗੇ ਫਿਰ ਆਪਾਂ ਨੂੰ ਇੱਥੋਂ ਬਾਹਰੋਂ ਫੋਰਸ ਲਗਾਉਣੀ ਪਏਗੀ। ਠੀਕ ਹੈ, ਬਾਹਰੋਂ ਕਿੰਨੀ ਫੋਰਸ ਲਗਾਉਣੀ ਪੈ ਰਹੀ ਹੈ
देखो B ते कितनी लगानी पेगी रजे आपां नूं 2F ते C ते आपां नूं कितनी लगानी पेगी F/2। इन्नी ही क्यों लगानी पै रही है, उत्थे 2F ते उहदे च F/2 क्यों लगानी पै रही है, ठीक है क्यों, क्योंकि देखो फिर प्रैशर आपां कड्डांगे B ते C पॉइंट ते, प्रैशर काहदे इक्वल हुंदा फोर्स अपॉन एरिया, B ते कितनी फोर्स सी 2F, उहदा एरिया कितना सी 2A, जे 2 कट दिए तो कितना आ गया प्रैशर F/A, C पॉइंट ते कितनी फोर्स लगानी पै रही सी F/2, एरिया कितना सी A/2, इत्थे 2 अगेन कट गया तो कितना आ गया प्रैशर F/A। देखो B जिहड़ा A पॉइंट ते भी प्रैशर कितना आया सी F/A, B ते C पॉइंट ते भी प्रैशर कितना आ रहा है F/A। तो ये की इंडिकेट करता है, दिस इंडिकेट्स pressure applied is transmitted equally to all other parts of the fluid, fluid कह दो liquid कह दो, ठीक है। तो जिहड़ा आपां प्रैशर एक स्थान ते लगाया वो इक्वली डिवाइड हो गया, इक्वली ट्रांसमिट हो गया बाकी सारे पार्ट्स ऑफ द फ्लूइड दे विच, ठीक है। हुण यही एप्लीकेशन पास्कल लॉ दी एप्लीकेशन है हाइड्रोलिक लिफ्ट। हुण हाइड्रोलिक लिफ्ट की है रजे, लिफ्ट तो आप समझ सकते हैं, किसी भी हैवी लोड नूं चुकन वास्ते आप की यूज़ कर रहे हैं, लिफ्ट यूज़ कर रहे हैं। हुण मान लो इत्थे अपने कोल कोई हैवी लोड पिया है ना, भार बहुत ज़्यादा भार है, इनू आपां उपर नूं लिफ्ट करना है, ठीक है। हुण इहदे वास्ते आपां की यूज़ कर रहे हैं रजे, हाइड्रोलिक लिफ्ट यूज़ कर रहे हैं। हाइड्रो जिथे भी वर्ड आवे इहदा मतलब वो लिक्विड दे नाल रिलेटेड है। हुण देखो इत्थे आपां ने 2 ओपनिंग्स रखतियां, इहदा एरिया स्मॉल है, इहदा एरिया लार्ज है, ठीक है। इत्थे आपां फोर्स F अप्लाई कीती, स्मॉल फोर्स लगा लो, ठीक है। आपां नूं कोई फायदा तो होना चाहिए ना, आपां हैवी लोड लिफ्ट करना है तो आपां फिर तो आपां सीधा ही इत्थे फोर्स लगा देंदे ते इह लोड नूं चक देंदे, बट फिर आपां नूं बहुत फोर्स लाउणी पैनी सी, ठीक है। आपां इत्थे देखना हुण कि किवें स्मॉल फोर्स लार्ज फोर्स दी फॉर्म दे विच काम करूगी, ठीक है। वो किवें होएगा रजे, यूजिंग पास्कल लॉ, ठीक है, पास्कल लॉ दी एप्लीकेशन ते। तो देखो इट इज़ यूज टू लिफ्ट दी हैवी लोड्स, इट इज़ बेस्ड ऑन दी पास्कल लॉ। तो आप इत्थे 2 सिलेंडर ले ले C ते D, दोनों का एरिया ऑफ क्रॉस सैक्शन की है डिफरेंट है, ठीक है, एक दा स्मॉल है एक दा लार्ज है, पर दोनों आपस दे विच कनैक्टेड ने किहदे थ्रू, पाइप दे थ्रू। सपोज फोर्स F स्मॉल f इज अप्लाइड ऑन द सिलेंडर C, ठीक है, इहदा एरिया कितना A, तो प्रैशर कितना बन जूगा P इज इक्वल्स टू F/A। हुण अकॉर्डिंग टू पास्कल लॉ, पास्कल लॉ ने की कहा सी, सेम प्रैशर जे एक थां ते प्रैशर चेंज हो रहा है, सेम प्रैशर किधर नूं ट्रांसमिट होगा बाकी सारे पार्ट्स ऑफ द बॉडी च। हुण इत्थे स्मॉल पिस्टन ते जे प्रैशर P लग रहा सी तां इत्थे भी प्रैशर कितना लगूगा, P लगूगा, ठीक है। जे प्रैशर आपां नूं पता है, देखो प्रैशर आपां नूं पता है फोर्स अपॉन एरिया हुंदा है ना, जे प्रैशर पता है एरिया पता है, आप फोर्स कढ़ सकते हैं, जे फोर्स पता है एरिया पता है, आप प्रैशर कढ़ सकते हैं, ठीक है। हुण आपां इत्थे फोर्स देखनी है, किन्नी फोर्स लार्जर पिस्टन ते लगेगी। लार्जर पिस्टन ते फोर्स आपां मान लो F लग रही है, कैपिटल F, प्रैशर कितना P, देखो यही प्रैशर P गया, सेम प्रैशर पिस्टन जिहड़ा स्मॉलर पिस्टन ते लग रहा सी, सेम ही प्रैशर लार्जर पिस्टन ते लगेगा। ते लार्जर पिस्टन दा एरिया कितना लिता होया आपां, कैपिटल A। तो आ गया अपने कोल कैपिटल P दी फॉर्मूला आपां पुट करता F/A। हुण आपां नूं पता है क्योंकि A स्मॉलर A तो कैपिटल है ज़्यादा, सॉरी A इज़ ग्रेटर दैन स्मॉलर A, ठीक है। देयरफॉर जे कैपिटल A स्मॉल a तो ज़्यादा है तो कैपिटल F भी ज़्यादा होएगी स्मॉल f तो, ठीक है। तो देखो स्मॉल f आप लगाई सी, ओहो किद्दां उस लार्जर पिस्टन ते लग रही है रजे कैपिटल F दी फॉर्म दे विच, तो अपनी जिहड़ी स्मॉलर फोर्स सी वो लार्जर फोर्स दा काम कर रही है जदों आपां एरिया ज़्यादा लै रहे हैं। तो लार्जर फोर्स की हैल्प करेगी आपां नूं टू
लिफ्ट दी हैवी लोड्स। ठीक है, ए हैवी लोड प्लेस्ड ऑन द लार्जर पिस्टन इज देन ईजीली लिफ्टेड। ठीक है, देखो थोड़ी जी फोर्स लगा के आप लार्जर पिस्टन लार्जर लोड नू लिफ्ट कर सकते हैं, बट शर्त है कि जिहड़ा वो पिस्टन है वो की होना चाहिए, लार्जर एरिए का होना चाहिए। ठीक है, फिर ही बेनीफिट होएगा ਆਪਾਂ ਨੂੰ ਜੇ ਆਪਾਂ ਏਰੀਆ ਅੱਡ ਅੱਡ ਦਿਖਾਵਾਂਗੇ। ਠੀਕ ਹੈ, ਹਾਂਜੀ ਬੇਟੇ, ਆਪਣਾ ਨੈਕਸਟ ਇਹਦੀ ਐਪਲੀਕੇਸ਼ਨ ਹੈ ਹਾਈਡ੍ਰੋਲਿਕ ਬ੍ਰੇਕਸ। ਹੁਣ ਇਹਦੇ ਵਿੱਚ ਇਹ ਡਾਇਗਰਾਮ ਤੁਸੀਂ ਚੰਗੀ ਤਰ੍ਹਾਂ ਸਮਝ ਲੈਣੀ ਹੈ। ਜਿਵੇਂ ਆਪਾਂ ਇੱਕ ਕਾਰ ਦੇ ਵਿੱਚ ਵਹੀਕਲ ਦੇ ਵਿੱਚ ਬ੍ਰੇਕਸ ਦੇਖੀਏ ਕਿਵੇਂ ਕੰਮ ਕਰਦੇ ਆ, ਉਹ ਪੈਰਾਂ ਦੇ ਵਿੱਚ ਬ੍ਰੇਕ ਪੈਡਲ ਹੁੰਦਾ, ਜਦੋਂ ਇਹ ਪ੍ਰੈਸ ਹੁੰਦਾ ਦੇਖੋ ਆਹ ਵਾਲਾ ਸਿਸਟਮ ਤਾਂ ਇੱਕ ਵੀਲ ਨੂੰ ਗਿਆ, फिर बाकी ऐदा ही बाकी 3 ਜਿਹੜੇ व्हील्स रह गए ਉਹਨਾਂ तक यह सिस्टम जाता है। तो पहला आप एक नूं ही समझांगे, बाकी सारिਆਂ ते भी ਉਹੀ सिस्टम एप्लीकेबल ਹੁੰਦਾ ਹੋਏਗਾ। ਤਾਂ ਇਹਦੇ ਵਿੱਚ ਇੱਕ ਹੁੰਦਾ ਮਾਸਟਰ ਸਿਲੰਡਰ, ਇਹਦੇ ਵਿੱਚ ਆਪਾਂ ਪਾਇਆ ਹੁੰਦਾ ਬ੍ਰੇਕ ਫਲੂਇਡ। ਠੀਕ ਹੈ, ਇੱਥੇ ਇਹ ਲੱਗਿਆ ਹੋਇਆ ਪਿਸਟਨ। ਹੁਣ ਇਹ ਅੱਗੇ ਕਿਹਦੇ ਨਾਲ ਕਨੈਕਟਡ ਹੈ, 2 ਪਿਸਟਨਸ ਦੇ ਨਾਲ ਕਨੈਕਟਡ ਹੈ। ਠੀਕ ਹੈ, ਜਿਹੜੇ ਇਹ P1 ਤੇ P2 ਪਿਸਟਨ ਹੋਣਗੇ ਇਹਨਾਂ ਦਾ ਏਰੀਆ ਇਸ ਵਾਲੇ ਪਿਸਟਨ P ਦੇ ਨਾਲੋਂ ਕੀ ਹੋਏਗਾ, ਜ਼ਿਆਦਾ ਹੋਏਗਾ। ਠੀਕ ਹੈ, ਹੁਣ ਇਹ ਅੱਗੇ ਕਨੈਕਟਡ ਹੈ ਇਸ ਬ੍ਰੇਕ ਸ਼ੂ ਦੇ ਨਾਲ। ਬ੍ਰੇਕ ਸ਼ੂ ਤੇ ਇੱਥੇ ਲੱਗਿਆ ਹੋਇਆ ਸਪਰਿੰਗ S, ਤੇ ਇੱਥੇ ਹੈ ਡਰਮ, ਤੇ ਇਨਸਾਈਡ ਨੂੰ ਆਪਾਂ ਕੀ ਕਹਿ ਦਿੰਦੇ ਆ, ਬ੍ਰੇਕ ਲਾਈਨਿੰਗ, ਜਿੱਥੇ ਇਹ ਜਾ ਕੇ ਸ਼ੂ ਜਿਹੜਾ ਬ੍ਰੇਕ ਸ਼ੂ ਹੈ ਅਟੈਚ ਹੋਏਗਾ। ठीक है, तो ये उत्ते ही आप ड्रम के उत्ते ही आप कह सकते हैं जो भी वो टायर की फॉर्म दे विच है ना, वो प्लास्टिक चढ़िया होया हुंदा, रबड़ आप कह सकते हैं वो चढ़ी हुंदी है। तो अगे ये व्हील का ड्रम है। ठीक है, तो जदों ड्राइवर प्रैशर पाउंदा इस ब्रेक पैडल ते तो इट विल मूव द पिस्टन P, जिहड़ा यह पिस्टन P है इनू अंदर नू इदां इनवर्ड पुश करेगा। तो जिहड़ा इत्थों जदों हुण आपां पास्कल लॉ पढ़िया है कि जदों इत्थे प्रैशर इनक्रीज होएगा वो इक्वली सारे पार्ट्स दे विच की होएगा, ट्रांसमिट होएगा। तो हुण जिहड़े ये P1 ते P2 ने लार्जर एरिया ऑफ क्रॉस सैक्शन है, तो जिहड़ी आपां स्मॉलर फोर्स ब्रेक पैडल ते लगी ओह किदां ट्रांसमिट होएगी, लार्ज फोर्स बन के पिस्टन P1 ते P2 ते लगेगी। ठीक है, तो हुण इहदे करके जदों यह P1 ते P2 देखो इदां ओपन होएगा, तो जिहड़ा यह ब्रेक शू है ये वाइड ओपन हो जाएगा, तो किहदे अगेंस्ट किहदे नाल अटैच हो जाएगा जाके, ब्रेक लाइनिंग दे नाल। ठीक है, तो यह ब्रेक लाइनिंग जदों ब्रेक लाइनिंग दे नाल यह शू प्रैस हो गया, ये ब्रेक शू जदों प्रैस होया तो वह ड्रम की जिहड़ी इत्थों ये स्पीड सी उहनूं की कर देगा, स्लो कर देगा या रोक देगा। वो डिपेंड करता है कि आपां इत्थे ब्रेक पैडल ते कितनी फोर्स लगाई है। तो देखो ड्यू टू दिस जदों आपां वो फोर्स लगाती थी स्मॉल फोर्स, फिर वो P1 ते P2 ते फोर्स लगी, तो ड्यू टू दिस ब्रेक शू ओपन्स वाइडर। This press against the brake lining of the drum of the wheel and bring them to the rest। जदों ही वो ब्रेक लाइनिंग दे नाल लग गया तो व्हील की स्पीड स्लो हो सकती है या रेस्ट ते आ सकता है। तो वो किस चीज़ ते डिपेंड करूगा कि जिहड़ा वो ड्राइवर है उन्हें कितनी फोर्स लगाई है उस ब्रेक पैडल ते। स्प्रिंग सिस्टम S विल ब्रिंग दी, हुण इत्थे जिहड़ा स्प्रिंग S लगे है ये क्यों लगे है, क्योंकि देखो जदों ये ड्रम लाइन ਜਦੋਂ ਇਹ ਬ੍ਰੇਕ ਸ਼ੂ ਇਸ ਡਰਮ ਲਾਈਨਿੰਗ ਦੇ ਨਾਲ ਅਟੈਚ ਹੋਇਆ ਸੀ, ਹੁਣ ਇਹਨੂੰ ਵਾਪਸ ਤਾਂ ਆਪਣੇ ਸਿਸਟਮ ਤੇ ਲਿਆਉਣ ਨੂੰ ਕੁਛ ਨਾ ਕੁਛ ਚਾਹੀਦਾ। ਤਾਂ ਜਿਹੜਾ ਇਹ ਸਪਰਿੰਗ ਸਿਸਟਮ S ਹੈ ਵਿਲ ਬ੍ਰਿੰਗ ਦੀ ਬ੍ਰੇਕ ਸ਼ੂ ਟੂ ਇਟਸ ओरिजिनल पोजीशन वैन पैडल इज रिलीज। जदों ही आप ब्रेक पैडल तो पैर चक लिया तो वह स्प्रिंग सिस्टम अपना काम करेगा तो उस ब्रेक शू नूं अपनी ओरिजिनल पोजीशन ते ले आएगा। क्लीयर, तो दैट वाज हाइड्रोलिक ब्रेक जिहड़ी किहदी एप्लीकेशन है, पास्कल लॉ दी। तो पास्कल लॉ दीयां 2 एप्लीकेशनस ने, हाइड्रोलिक लिफ्ट ते हाइड्रोलिक ब्रेक। हुण आपां नैक्सट टॉपिक करते हैं एटमॉस्फेरिक प्रैशर।
ਐਟਮੋਸਫੇਰਿਕ ਪ੍ਰੈਸ਼ਰ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ, ਦਾ ਪ੍ਰੈਸ਼ਰ ਐਗਜ਼ਰਟਡ ਬਾय ਐਟਮੋਸਫੇਅਰ। ਤਾਂ ਹੁਣ ਜਦੋਂ ਐਟਮੋਸਫੇਰਿਕ ਪ੍ਰੈਸ਼ਰ ਨੂੰ ਮੇਜਰ ਕਰਨਾ ਹੋਵੇ ਤਾਂ ਸਭ ਤੋਂ ਫਸਟ ਐਕਸਪੈਰੀਮੈਂਟ ਜਿਹਨੇ ਕੀਤਾ ਸੀ ਉਹਨਾਂ ਦਾ ਨਾਮ ਹੈ ਟੌਰਸਲੀ। ਤਾਂ ਟੌਰਸਲੀ ਨੇ ਇੱਕ ਐਕਸਪੈਰੀਮੈਂਟ ਦਿੱਤਾ ਜਿਹਨੂੰ ਆਪਾਂ ਟੌਰਸਲੀਸ ਐਕਸਪੈਰੀਮੈਂਟ ਕਹਿ ਸਕਦੇ ਹਾਂ। ਹੁਣ ਰਾਜੇ ਇਹ ਥੋੜ੍ਹਾ ਬਸ ਇੱਕ ਅੰਡਰਸਟੈਂਡਿੰਗ ਵਾਸਤੇ ਹੀ ਕਰਨਾ ਹੈ ਆਪਾਂ ਵੀ ਇਹਦੇ ਵਿੱਚ ਕੀ ਹੈ। ਉਹਨਾਂ ਨੇ ਕੀ ਲਿੱਤਾ, ਇੱਥੇ ਇੱਕ ਵੈਸਲ ਲੈ ਲਿਆ ਜਿਹਦੇ ਵਿੱਚ ਮਰਕਰੀ ਫਲੂਇਡ ਪਾ ਲਿਆ, ਫਿਰ ਇੱਥੋਂ ਇੱਕ ਟਿਊਬ, ਪਹਿਲਾਂ ਟਿਊਬ ਬਾਹਰੋਂ ਲਿੱਤੀ, ਠੀਕ ਹੈ, ਉਹ ਟਿਊਬ ਪੂਰੀ ਦੀ ਪੂਰੀ ਮਰਕਰੀ ਦੇ ਨਾਲ ਭਰਤੀ ਪੂਰੀ ਫੁੱਲ। ਫਿਰ ਉਹ ਮਰਕਰੀ ਦੀ ਜਿਹੜੀ ਟਿਊਬ ਸੀ ਉਹ ਇੱਦਾਂ ਕਰਕੇ ਵੈਸਲ ਦੇ ਅੰਦਰ ਡਿਪ ਕਰਤੀ। ਵੈਸਲ ਦੇ ਅੰਦਰ ਜਦੋਂ ਡਿਪ ਕੀਤੀ ਤਾਂ ਉਹ ਮਰਕਰੀ ਪਹਿਲਾਂ ਤਾਂ ਪੂਰਾ ਭਰੀ ਹੋਈ ਸੀ ਇਹ ਟੈਸਟ ਟਿਊਬ, ਫਿਰ ਉਹ ਹੌਲੀ ਹੌਲੀ ਨੀਚੇ ਆਉਣ ਲੱਗੀ, ਠੀਕ ਹੈ, ਇੱਥੇ ਇਹ ਖਾਲੀ ਹੋ ਗਈ ਜਗ੍ਹਾ। ਇੱਕ ਪੁਆਇੰਟ ਤੇ ਆ ਕੇ ਮਰਕਰੀ ਜੋ ਲੈਵਲ ਸੀ ਉਹ ਇੱਕ ਕੌਨਸਟੈਂਟ ਲੈਵਲ ਤੇ ਆ ਗਿਆ, ਸਟੇਸ਼ਨਰੀ ਹੋ ਗਿਆ, ਉਦੋਂ ਥੱਲੇ ਉਹ ਮਰਕਰੀ ਥੱਲੇ ਨਹੀਂ ਗਿਆ, ਠੀਕ ਹੈ। ਉਹ ਕਿੰਨੀ ਹਾਈਟ ਤੇ ਆ ਕੇ ਸਟੇਬਲ ਹੋ ਗਿਆ ਸੀ, 76 ਸੈਂਟੀਮੀਟਰ, ਚਾਹੇ ਯਾਦ ਕਰ ਲਓ ਚਾਹੇ 0.76 ਮੀਟਰ ਯਾਦ ਕਰ ਲਓ। ਤਾਂ ਹੁਣ ਇੱਥੇ ਇਹ ਦੇਖਣ ਦੇ ਵਿੱਚ ਆਇਆ ਕਿ ਜਿਹੜੀ ਇਹ ਹਾਈਟ ਹੈ ਮਰਕਰੀ ਕਾਲਮ ਦੀ, ਜਿਹੜੀ ਇਸ ਟੈਸਟ ਟਿਊਬ ਦੇ ਵਿੱਚ ਮਰਕਰੀ ਦੀ ਹਾਈਟ ਹੈ, ਉਹ ਕਿਉਂ ਨਹੀਂ ਥੱਲੇ ਗਿਆ ਉਦੋਂ ਬਾਅਦ। ਕਿਉਂਕਿ ਦੇਖੋ ਇਹ ਥੱਲੇ ਤਾਂ ਆਊਗਾ ਜੇ ਇੱਥੋਂ ਲਿਕੁਇਡ ਉੱਪਰ ਜਾਵੇ, ਪਰ ਇਹ ਲਿਕੁਇਡ ਉੱਪਰ ਤਾਂ ਨਹੀਂ ਗਿਆ, ਇਹ ਲਿਕੁਇਡ ਉੱਪਰ ਤਾਂ ਨਹੀਂ ਗਿਆ ਕਿਉਂਕਿ ਜਿਹੜਾ ਇੱਥੇ ਐਟਮੋਸਫੇਅਰ ਪ੍ਰੈਸ਼ਰ ਲਗਾ ਰਿਹਾ ਸੀ ਉਹ ਬੈਲੈਂਸ ਸੀ, ਉਹ ਸਪੋਰਟਡ ਸੀ ਬਾਏ ਐਟਮੋਸਫੇਰਿਕ ਪ੍ਰੈਸ਼ਰ, ਤੇ ਜਿਹੜਾ ਇੱਥੋਂ ਪ੍ਰੈਸ਼ਰ ਆ ਰਿਹਾ ਹੈ ਉਹ ਦੋਨੋਂ ਕੀ ਸੀ, ਬਰਾਬਰ ਸੀ। ਤਾਂ ਇਸ ਤੋਂ ਬਾਅਦ ਜਦੋਂ ਇਹ ਪ੍ਰੈਸ਼ਰ ਬਰਾਬਰ ਹੋ ਗਏ, ਇਸ ਤੋਂ ਬਾਅਦ ਤਾਂ ਉਹ ਉੱਪਰ ਜਾ ਹੀ ਨਹੀਂ ਪਾਇਆ, ਠੀਕ ਹੈ। ਇसी लिए ਜਿਹੜੀ ਇੰਨੀ ਹਾਈਟ ਇਸ ਤੋਂ ਜ਼ਿਆਦਾ ਉਹ ਥੱਲੇ ਵਾਪਸ ਨਹੀਂ ਆ ਪਾਇਆ, ਠੀਕ ਹੈ। ਤਾਂ ਦੇਖੋ ਹਾਈਟ ਆਫ ਦੀ ਮਰਕਰੀ ਕਾਲਮ ਇਜ਼ ਸਪੋਰਟਡ ਬਾਏ ਪ੍ਰੈਸ਼ਰ ਆਫ ਦੀ ਐਟਮੋਸਫੇਅਰ ਐਕਟਿੰਗ ਔਨ ਦੀ ਫ੍ਰੀ ਸਰਫੇਸ ਆਫ ਦੀ ਮਰਕਰੀ, ਠੀਕ ਹੈ। ਤਾਂ ਇਹ ਹਾਈਟ ਇੰਨੀ ਹੀ ਰਹੀ, ਇਦੋਂ ਥੱਲੇ ਉਹ ਮਰਕਰੀ ਵਾਪਸ ਨਹੀਂ ਆ ਪਾਇਆ, ਠੀਕ ਹੈ। ਹੁਣ ਚਾਹੇ ਆਪਾਂ ਇਸ ਮਰਕਰੀ ਕਾਲਮ ਨੂੰ ਟੇਢਾ ਵੀ ਕਰ ਦਈਏ ਨਾ, ਇੱਦਾਂ ਵੀ ਕਰ ਦਈਏ, ਤਾਂ ਆਪਾਂ ਦੇਖਾਂਗੇ ਵੀ ਜਿਹੜੀ ਆਹ ਵਾਲੀ ਹਾਈਟ ਹੈ ਉਹ ਵੀ ਐਚ ਕਾਹਦੇ ਬਰਾਬਰ ਆਈ, 76 ਸੈਂਟੀਮੀਟਰ ਦੇ ਬਰਾਬਰ ਆਈ, ਠੀਕ ਹੈ। ਤਾਂ ਮਰਕਰੀ ਨੂੰ ਜਦੋਂ ਆਪਾਂ ਦੇਖਿਆ ਗਿਆ ਉਹਦੀ ਹਾਈਟ ਹਮੇਸ਼ਾ ਐਚ ਕਿੰਨੀ ਰਹੀ, 76 ਸੈਂਟੀਮੀਟਰ ਜਾਂ 0.76 ਮੀਟਰ ਰਹੀ, ਠੀਕ ਹੈ। ਤਾਂ ਇੰਨੀ ਹਾਈਟ ਦੇ ਬਰਾਬਰ ਹੀ, ਇੰਨੀ ਹਾਈਟ ਦੇ ਬਰਾਬਰ ਹੀ ਤਾਂ ਐਟਮੋਸਫੇਰਿਕ ਪ੍ਰੈਸ਼ਰ ਲੱਗਿਆ। ਤਾਂ ਇਹਦਾ ਮਤਲਬ ਆਪਾਂ ਐਟਮੋਸਫੇਰਿਕ ਪ੍ਰੈਸ਼ਰ ਕਿਹਦੇ ਤੋਂ ਮੇਜਰ ਕਰ ਸਕਦੇ ਹਾਂ, ਹਾਈਟ ਆਫ ਦੀ ਮਰਕਰੀ ਕਾਲਮ ਅਬਵ ਦੀ ਲਿਕੁਇਡ ਸਰਫੇਸ। ਤਾਂ ਡੈਂਸਿਟੀ ਆਫ ਮਰਕਰੀ ਕਿੰਨੀ ਦਿੱਤੀ ਜਾਂਦੀ ਹੈ, 13.6 × 10⁻³ kg per meter cube। ਹੁਣ ਐਟਮੋਸਫੇਰਿਕ ਪ੍ਰੈਸ਼ਰ ਕੱਢਣ ਦਾ ਕੀ ਤਰੀਕਾ ਹੈ, ਪ੍ਰੈਸ਼ਰ ਐਗਜ਼ਰਟਡ ਬਾਏ 0.76 ਮੀਟਰ ਮਰਕਰੀ ਕਾਲਮ, ਠੀਕ ਹੈ। ਇਹਦਾ ਕੀ ਫਾਰਮੂਲਾ ਹੁੰਦਾ, ਹੁਣ ਦੇਖੋ ਇਹਦਾ ਫਾਰਮੂਲਾ ਹੁੰਦਾ ρHg, where ρ is the density of the liquid, h height ਤੇ g ਕੀ ਹੈ, ਗ੍ਰੈਵਿਟੀ। ਹੁਣ ਇੱਥੇ ρ ਡੈਂਸਿਟੀ ਕਿੰਨੀ ਲੈ ਰਹੇ ਹਾਂ ਆਪਾਂ, 13.6 × 10⁻³ h is the height of the mercury column, ਕਿੰਨੀ ਪੁੱਟ ਕੀਤੀ, 0.76 ਮੀਟਰ, ਤੇ g 9.8। ਜਦੋਂ ਇਹ ਵੈਲਿਊ ਪੁੱਟ ਕੀਤੀ ਤਾਂ ਵੈਲਿਊ ਕਿੰਨੀ ਆਈ 1 ਐਟਮੋਸਫੇਰਿਕ ਪ੍ਰੈਸ਼ਰ ਦੀ, 1.013 × 10⁵, ਤੇ ਯੂਨਿਟ ਕੀ ਹੁੰਦੀ ਹੈ, ਨਿਊਟਨ ਪਰ ਮੀਟਰ ਸਕੁਅਰ, ਠੀਕ ਹੈ। ਤਾਂ ਅਗਰ ਆਪਾਂ ਕਹੀਏ ਐਟਮੋਸਫੇਰਿਕ ਪ੍ਰੈਸ਼ਰ ਕਿੰਨਾ ਹੈ, 1 ਐਟਮੋਸਫੇਰਿਕ ਪ੍ਰੈਸ਼ਰ ਇਜ਼ ਇਕੁਅਲਸ ਟੂ 1.013 × 10⁵ ਨਿਊਟਨ ਪਰ ਮੀਟਰ ਸਕੁਅਰ। ਤੇ ਐਟਮੋਸਫੇਰਿਕ ਪ੍ਰੈਸ਼ਰ ਨੂੰ ਆਪਾਂ ਹੋਰ ਕਿਹੜੀ ਯੂਨਿਟਸ ਦੇ ਵਿੱਚ ਦੇ ਸਕਦੇ ਹਾਂ, ਇੱਕ ਤਾਂ ਟੌਰਸਲੀ, ਕਿਉਂਕਿ ਟੌਰਸਲੀ ਨੇ ਇਹ ਜਿਹੜਾ ਐਕਸਪੈਰੀਮੈਂਟ ਉਹ ਦਿੱਤਾ ਸੀ,
ਤੇ ਉਹ ਕਾਦੇ ਬਰਾਬਰ ਹੈ ਰਾਜੇ, ਪ੍ਰੈਸ਼ਰ ਐਗਜ਼ਰਟਡ ਬਾय 1 mm ਮਰਕਰੀ ਕਾਲਮ। ਵੀ ਜੇ ਆਪਾਂ ਮਰਕਰੀ ਕਾਲਮ ਨੂੰ 1 mm ਲੈ ਲਈਏ ਤਾਂ ਉਹ ਜਿੰਨਾ ਪ੍ਰੈਸ਼ਰ ਲਾਏਗਾ ਉਹਨੂੰ ਆਪਾਂ ਕੀ ਕਹਿੰਦੇ ਆ 1 ਟੋਰਸਲੀ। ਤੇ ਕਾਦੇ ਇਕੁਅਲ ਹੁੰਦਾ ਹੈ 133.2A ਪਾਸਕਲ। 1 ਬਾਰ ਜਾਂ ਇਹਦੀ ਹੋਰ ਯੂਨਿਟ ਕੀ ਹੈ, ਬਾਰ ਦੇ ਵਿੱਚ ਵੀ ਦਿੱਤਾ ਜਾਂਦਾ ਹੈ। 1 ਬਾਰ ਇਜ਼ ਇਕੁਅਲਸ ਟੂ 10⁵ ਪਾਸਕਲ। ਕਲੀਅਰ। ਤਾਂ ਦਿਸ ਵਾਜ਼ ਦ ਟੋਪਿਕ ਆਫ ਐਟਮੋਸਫੇਰਿਕ ਪ੍ਰੈਸ਼ਰ। ਹੁਣ ਰਾਜੇ ਇਹਦਾ ਲਾਸਟ ਪ੍ਰੈਸ਼ਰ ਦਾ ਲਾਸਟ ਟੋਪਿਕ ਹੈ ਪ੍ਰੈਸ਼ਰ ਐਗਜ਼ਰਟਡ ਬਾय ਲਿਕੁਇਡ, ਜਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਇਫੈਕਟ ਆਫ ਗ੍ਰੈਵਿਟੀ। ਹੁਣ ਦੇਖੋ ਆਪਾਂ ਨੇ ਲਿਕੁਇਡ ਲੈ ਲਿਆ ਇੱਕ, ਲਿਕੁਇਡ ਦੇ ਵਿੱਚ ਆਪਾਂ ਦੇਖ ਰਹੇ ਹਾਂ ਇੱਕ ਦੋ ਆਪਾਂ ਇਮੈਜਨਰੀ ਪੁਆਇੰਟਸ ਲੈ ਲਏ, A ਤੇ B ਪੁਆਇੰਟ ਲੈ ਲਏ, ਠੀਕ ਹੈ। ਹੁਣ A ਤੇ B ਪੁਆਇੰਟ ਆਪਾਂ ਲੈ ਲਏ, ਆਪਾਂ ਦੇਖਣਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਕਿੰਨਾ ਪ੍ਰੈਸ਼ਰ ਡਿਫਰੈਂਸ ਹੈ, ਠੀਕ ਹੈ। ਇਹ ਦੋਨੋਂ ਕਿੰਨੀ ਹਾਈਟ ਤੇ ਲੈ ਲਏ ਆਪਾਂ, H ਹਾਈਟ ਤੇ ਲੈ ਲਈ, ਜਾਂ ਦੋਨਾਂ ਦਾ ਡਿਫਰੈਂਸ ਕਿੰਨੇ ਦਾ ਲੈ ਲਿਆ, ਕਿੰਨੀ ਦੋਨਾਂ ਦੀ ਹਾਈਟ ਦਾ ਡਿਫਰੈਂਸ ਹੈ H ਦਾ, ਠੀਕ ਹੈ। ਤਾਂ ਇਸ ਲਿਕੁਇਡ ਦੀ ਡੈਂਸਿਟੀ ਆਪਾਂ ਕਿੰਨੀ ਲੈ ਲਈ, ਰੋ ਡੈਂਸਿਟੀ ਲੈ ਲਈ, ਠੀਕ ਹੈ। ਹੁਣ ਆਪਾਂ ਨੇ ਫਾਈਂਡ ਆਊਟ ਕਰਨਾ ਦੋਨਾਂ ਦਾ ਪ੍ਰੈਸ਼ਰ ਡਿਫਰੈਂਸ। ਤਾਂ ਆਪਾਂ ਇਹਨਾਂ ਦੋ ਪੁਆਇੰਟਸ ਤੇ ਇਮੈਜਿਨ ਕਰ ਲਿਆ ਕਿ ਇਹ ਇੱਥੇ ਇੱਕ ਸਿਲੰਡਰ ਪਿਆ, ਸਿਲੰਡਰ ਦੀ ਹਾਈਟ ਕਿੰਨੀ ਹੈ H, ਤੇ ਇਹਦਾ ਜਿਹੜਾ ਏਰੀਆ ਆਫ ਕ੍ਰੋਸ ਸੈਕਸ਼ਨ ਹੈ ਉਹ ਕਿੰਨਾ ਲੈ ਲਿਆ, A ਲੈ ਲਿਆ, ਠੀਕ ਹੈ। ਹੁਣ ਜੇ ਇਹ ਮੈਂ ਸਿਲੰਡਰ ਲੈ ਲਿਆ, ਇੱਥੇ ਤਾਂ ਲਿਕੁਇਡ ਭਰਿਆ ਹੋਇਆ ਹੈ, ਠੀਕ ਹੈ। ਤਾਂ ਮੰਨ ਲਿਆ ਕਿ ਜਿਹੜਾ ਇਹ ਲਿਕੁਇਡ ਇਸ ਸਿਲੰਡਰ ਦੇ ਵਿੱਚ ਲਿਕੁਇਡ ਹੈ ਉਹਦਾ ਭਾਰ ਕਿੰਨਾ ਹੋਏਗਾ, weight ਕਿੰਨਾ ਦਵਾਂਗੇ, weight ਇਜ਼ ਇਕੁਅਲਸ ਟੂ mg। ਮਾਸ ਕਾਦੇ ਇਕੁਅਲ ਹੋਰ ਲਿਖ ਸਕਦੇ ਹਾਂ ਆਪਾਂ, ਵੋਲਿਊਮ ਇਨਟੂ ਡੈਂਸਿਟੀ ਇਨਟੂ g ਤਾਂ ਹੈ ਹੀ ਹੈ। ਵੋਲਿਊਮ ਇਹਦਾ ਏਰੀਆ ਆਫ ਕ੍ਰੋਸ ਸੈਕਸ਼ਨ ਕਿੰਨਾ ਸੀ A, ਹਾਈਟ ਕਿੰਨੀ ਸੀ H, ਡੈਂਸਿਟੀ ਲੈ ਲਈ ਰੋ, ਤਾਂ ਇਹਦਾ mg ਕਿੰਨਾ ਬਣ ਗਿਆ AH ਰੋ g, ਠੀਕ ਹੈ। ਅੱਛਾ ਹੁਣ ਇਹ ਲਿਕੁਇਡ ਦੇ ਵਿੱਚ ਹੈ, ਲਿਕੁਇਡ ਇੱਦਾਂ ਵੀ ਪ੍ਰੈਸ਼ਰ ਲਗਾ ਰਿਹਾ ਹੋਏਗਾ ਪੁਆਇੰਟ A ਤੇ, ਪੁਆਇੰਟ B ਤੇ ਇੱਧਰੋਂ ਪ੍ਰੈਸ਼ਰ ਲੱਗ ਰਿਹਾ ਹੋਊਗਾ। ਜਿਹੜਾ ਪੁਆਇੰਟ A ਤੇ ਫੋਰਸ ਲੱਗ ਰਹੀ ਹੈ ਲਿਕੁਇਡ ਵੱਲੋਂ F1, ਉਹ ਕਿੱਧਰ ਨੂੰ ਲੱਗ ਰਹੀ ਹੈ, ਡਾਊਨਵਰਡ। ਤੇ ਇੱਧਰੋਂ ਜਿਹੜੀ ਲਿਕੁਇਡ ਪੁਆਇੰਟ B ਤੇ ਲਿਕੁਇਡ ਵੱਲੋਂ ਫੋਰਸ ਲੱਗ ਰਹੀ ਹੈ ਉਹ ਕਿੱਧਰ ਨੂੰ ਲੱਗ ਰਹੀ ਹੈ, ਅਪਵਰਡ। ਤਾਂ ਫੋਰਸ ਔਨ ਦੀ ਅਪਰ ਫੇਸ F1 ਫੋਰਸ ਕਿੱਧਰ ਕਿੰਨੀ ਹੋਊਗੀ, P1A, ਤੇ ਕਿੱਧਰ ਡਾਇਰੈਕਸ਼ਨ ਦੇ ਵਿੱਚ ਹੋਏਗੀ, ਵਰਟੀਕਲੀ ਡਾਊਨਵਰਡ। ਤੇ ਜਿਹੜੀ ਲੋਅਰ ਫੇਸ ਤੇ ਸਿਲੰਡਰ ਦੇ ਲੱਗ ਰਹੀ ਹੈ ਉਹ ਕਿੰਨੀ ਹੋਏਗੀ, F2, ਜਿਹਨੂੰ ਆਪਾਂ ਦੇ ਰਹੇ ਹਾਂ P2A, ਤੇ ਕਿੱਧਰ ਨੂੰ ਐਕਟ ਕਰੇਗੀ, ਵਰਟੀਕਲੀ ਅਪਵਰਡ। weight ਆਫ ਦ ਲਿਕੁਇਡ ਆਪਾਂ ਕਿਵੇਂ ਦਿੰਨੇ ਆ, mg, ਆ ਦੇਖੋ ਇੱਥੇ mg ਦਿੱਤਾ ਸੀ ਤੇ mg ਦੀ ਵੈਲਿਊ ਕਿੰਨੀ ਹੈ, AH ਰੋ g। ਹੁਣ ਦੇਖੋ ਦੋ ਫੋਰਸਿਸ ਤਾਂ ਡਾਊਨਵਰਡ ਐਕਟ ਕਰ ਰਹੀ ਹੈ, ਜਿਹੜੀਆਂ ਹੈ F1 ਫੋਰਸ ਸੀ ਤੇ ਜਿਹੜਾ weight ਆਫ ਦ ਲਿਕੁਇਡ ਹੈ ਉਹ ਵੀ ਡਾਊਨਵਰਡ ਹੈ। ਜਿਹੜੀ F2 ਫੋਰਸ ਹੈ ਇਹ ਕਿੱਧਰ ਲੱਗ ਰਹੀ ਹੈ, ਅਪਵਰਡ। ਜਦੋਂ ਇਕੁਇਲਿਬਰੀਅਮ ਦੇ ਵਿੱਚ ਹੋਏਗਾ ਤਾਂ ਕੀ ਹੋਏਗਾ, ਉੱਥੇ ਜਿੰਨੀ ਨੈਟ ਡਾਊਨਵਰਡ ਫੋਰਸ ਹੋਏਗੀ ਉਹ ਕਾਦੇ ਬਰਾਬਰ ਹੋਏਗੀ, ਨੈਟ ਅਪਵਰਡ ਫੋਰਸ ਦੇ। ਡਾਊਨਵਰਡ ਫੋਰਸ ਕਿਹੜੀਆਂ ਕਿਹੜੀਆਂ ਲੱਗ ਰਹੀਆਂ ਸੀ, F1 ਤੇ mg, ਤਾਂ ਇਹਨਾਂ ਦੋਨਾਂ ਦਾ ਸਮ ਕਾਦੇ ਬਰਾਬਰ ਹੋਏਗਾ, F2 ਦੇ। F1 ਦੀ ਵੈਲਿਊ ਪੁੱਟ ਕਰਤੀ P1A, F2 ਦੀ ਵੈਲਿਊ ਪੁੱਟ ਕਰਤੀ P2A, ਫਿਰ mg ਦੀ ਵੈਲਿਊ ਪੁੱਟ ਕਰਤੀ ਆਪਾਂ AH ਰੋ g, AH ਰੋ g। ਇਹਦੇ ਤੋਂ A ਕੈਂਸਲ, ਤਾਂ P2 ਮਾਈਨਸ P1 ਕਾਦੇ ਬਰਾਬਰ ਆ ਗਿਆ, H ਰੋ g। ਤੁਹਾਨੂੰ ਯਾਦ ਹੋਏਗਾ ਆਪਾਂ ਹੁਣੀ ਐਟਮੋਸਫੇਰਿਕ ਪ੍ਰੈਸ਼ਰ ਦੇ ਵਿੱਚ ਇਹ ਫਾਰਮੂਲਾ ਯੂਜ਼ ਕੀਤਾ ਹੈ, H ਰੋ g। ਇਹ ਫਾਰਮੂਲਾ ਯਾਦ ਰੱਖਣਾ ਰਾਜੇ, ਜਿੰਨਾ ਜਦੋਂ ਵੀ ਆਪਾਂ ਪ੍ਰੈਸ਼ਰ ਕੈਲਕੂਲੇਟ ਕਰਨਾ ਉੱਥੇ ਫਾਰਮੂਲਾ ਆਪਾਂ ਯੂਜ਼ ਕਰਦੇ ਹਾਂ H ਰੋ g। ਤਾਂ ਪ੍ਰੈਸ਼ਰ ਡਿਫਰੈਂਸ ਦੋ ਪੁਆਇੰਟਸ ਦੇ ਵਿੱਚ ਕਿੰਨਾ ਹੋਇਆ, P2 ਮਾਈਨਸ P1 H ਰੋ g। ਹੁਣ ਦੇਖੋ ਮੰਨ ਲਓ ਕਿ ਜਿਹੜਾ ਪੁਆਇੰਟ A ਹੈ ਸਰਫੇਸ ਆਫ ਦਾ ਲਿਕੁਇਡ ਤੇ ਹੈ, ਜਦੋਂ ਸਰਫੇਸ ਤੇ ਹੈ, ਦੇਖੋ ਜਦੋਂ ਆਹ ਵਾਲਾ ਪੁਆਇੰਟ ਸਰਫੇਸ ਤੇ ਹੋਏ ਤਾਂ ਉੱਪਰ ਤਾਂ ਕੋਈ ਲਿਕੁਇਡ ਨਹੀਂ, ਫਿਰ ਇੱਥੇ ਤਾਂ ਕੋਈ ਪ੍ਰੈਸ਼ਰ ਨਹੀਂ ਲੱਗ ਰਿਹਾ ਹੋਣਾ। ਜੇ ਪ੍ਰੈਸ਼ਰ ਨਹੀਂ ਲੱਗ ਰਿਹਾ ਤਾਂ P1 ਦੀ ਵੈਲਿਊ ਕਿੰਨੀ ਹੋਏਗੀ, 0। ਤੇ ਮੰਨ ਲਓ ਕਿ P2 ਕਾਦੇ ਬਰਾਬਰ ਹੈ, P ਦੇ, ਤਾਂ P1 0 ਹੋ ਗਿਆ, P2 ਦੀ ਥਾਂ ਤੇ P, ਫਾਰਮੂਲਾ ਕਿੰਨਾ ਬਣ ਗਿਆ, P ਇਜ਼ ਇਕੁਅਲਸ ਟੂ H ਰੋ g। ਰਾਜੇ ਇਹ ਫਾਰਮੂਲਾ ਯਾਦ ਰੱਖਣਾ, P ਇਜ਼ ਇਕੁਅਲਸ ਟੂ H ਰੋ g। ਅੱਛਾ ਅਗਰ
ਹੁਣ ਕਿਸੇ ਵੀ ਪੁਆਇੰਟ ਤੇ ਆਪਣੇ ਕੋਲ ਇਫੈਕਟ ਆਫ ਗ੍ਰੈਵਿਟੀ ਨਹੀਂ ਹੈ ਤਾਂ ਜੀ ਦੀ ਵੈਲਿਊ 0 ਹੈ, ਜਾਂ ਆਪਾਂ ਮੰਨ ਲਈਏ ਕਿ ਜਿਹੜੇ ਏ ਤੇ ਬੀ ਪੁਆਇੰਟ ਨੇ ਸੇਮ ਹਾਈਟ ਤੇ ਹੈ ਤਾਂ ਐਚ ਦੀ ਵੈਲਿਊ ਕਿੰਨੀ ਹੋ ਜੂਗੀ? ਉਸ ਕੇਸ ਦੇ ਵਿੱਚ ਐਚ ਦੀ ਵੈਲਿਊ ਕਿੰਨੀ ਹੋ ਜੂਗੀ? 0 ਹੋ ਜਾਏਗੀ। ਜਾਂ ਐਚ 0 ਹੋਵੇ ਜਾਂ ਜੀ 0 ਹੋਵੇ, ਦੋਨਾਂ ਕੇਸਿਸ ਦੇ ਵਿੱਚ ਤਾਂ P2 ਮਾਈਨਸ P1 ਉਹਨਾਂ ਦਾ ਪ੍ਰੈਸ਼ਰ ਡਿਫਰੈਂਸ ਕਿੰਨਾ ਹੋਏਗਾ? 0। ਤਾਂ ਦੋਨੋਂ ਪੁਆਇੰਟਸ ਤੇ ਪ੍ਰੈਸ਼ਰ ਕਿੰਨਾ ਲੱਗ ਰਿਹਾ ਹੋਏਗਾ? ਇਕੁਅਲ। ठीक है बेटे, so that all was the topic about pressure. Thank you so much.